अस्सलाम वालेकुम जी वालेकुम सलाम। आसफ सुरैया साहब की हाल है ਤੁਹਾਡਾ? है सर शुक्र अल्लाह। ਅੱਛਾ ਸਰ, ਕੁਝ ਦੇਸੀ ਇਲਾਜ ਨੇ ਕੁਝ ਸਾਡੇ ਭਰਾ ਪੁੱਛਣਾ ਚਾਹੁੰਦੇ ਨੇ ਜਿਹੜੇ ਜਿਨ੍ਹਾਂ ਡੰਗਰ ਰੱਖੇ ਨੇ, ਨਵੇਂ ਪੁਰਾਣੇ ਸਾਰੇ ਫਾਰਮਰ। ਸਭ ਤੋਂ ਪਹਿਲੇ ਦੱਸੋ ਕਿ ਜਿਹੜਾ ਅਸਲ ਮਸਲਾ ਹੈ ਨਾ, ਅਸਲ ਮਸਲਾ ਹੋਵੇ ਕਿ ਥਣਾ ਦੇ ਮਸਾਇਲ, ਸਾੜੂ ਹੋ ਜਾਂਦਾ ਹੈ, ਚੰਦਰੀ ਹੋ ਜਾਂਦਾ ਹੈ, ਮੀਟਕੀ ਹੋ ਜਾਂਦੀ ਹੈ, ਜਾਂ ਥਣ ਬੰਦ ਹੋ ਜਾਂਦਾ ਹੈ, ਗਲ ਵੱਡੀ ਹੋ ਜਾਂਦੀ ਹੈ, ਥਣ ਦੇ ਕੋਈ ਵੀ ਮਸਾਇਲ, ਉਹਦੀ ਕੀ ਵਜ੍ਹਾ ਹੈ? ਸਾਰੇ ਮੇਨ ਵਜ੍ਹਾ ਜਿਹੜੀ ਹੈ ਨਾ ਉਹ ਇਹ ਡੰਗਰ ਨੂੰ ਹੁੰਦੀ ਹੈ ਬਾਦੀ। ਅੱਛਾ, ਜਦੋਂ ਬਾਦੀ ਡੰਗਰ ਨੂੰ ਹੁੰਦੀ ਹੈ ਨਾ ਤੇ ਉਹਦੀ ਵਜ੍ਹਾ ਤੋਂ ਥਣ ਤੇ ਨੁਕਸ ਪੈਂਦਾ। ਠੀਕ ਹੈ। ਡੰਗਰ ਨੂੰ ਮਸਾਲਾ ਦਿੱਤਾ ਜਾਏ, ਅਸੀਂ ਲਾਲ ਮਿਰਚ ਇਸਤੇਮਾਲ ਕਰਨੇ ਆ, ਦਾਦੜ। ਠੀਕ ਹੈ। ਡੰਗਰ ਨੂੰ ਬਾਦੀ ਨਾ ਹੋਏ ਤੇ ਕੋਈ ਵੀ ਥਣ ਨੂੰ ਨੁਕਸ ਨਹੀਂ ਹੁੰਦਾ। ਜਦੋਂ ਡੰਗਰ ਨੂੰ ਨੁਕਸ ਹੁੰਦਾ ਹੈ ਉਹ ਸਿਰਫ ਬਾਦੀ ਦੀ ਵਜ੍ਹਾ ਤੋਂ ਹੁੰਦਾ ਹੈ। ਠੀਕ ਹੈ। ਤੇ ਜੇ ਕੋਈ ਡੰਗਰ ਨੂੰ ਨੁਕਸ ਹੁੰਦਾ ਹੈ, ਚੰਦਰੀ ਹੋ ਜਾਂਦੀ ਹੈ, ਉਹਦਾ ਵੀ ਜਨਾਬ ਇਲਾਜ ਹੈ। ਉਹਦਾ ਇਲਾਜ ਇਹ ਵੇ, ਦੇਸੀ ਘਿਓ ਲਵੋ ਤੇ ਕਾਲੀ ਜ਼ੀਰੀ ਲਵੋ। ਅੱਛਾ, ਉਹਨੂੰ ਜਨਾਬ ਦੁੱਧ ਦੇ ਵਿੱਚ ਪਾ ਕੇ, ਕਿਲੋ ਦੁੱਧ ਪਾ ਲਓ, ਪਾ ਇੱਕ ਦੇਸੀ ਘਿਓ ਪਾ ਲਓ। ਤੇ ਚੰਦਰੀ ਜਨਾਬ ਜੇ ਖੂਨ ਆਉਂਦਾ ਹੋਏਗਾ ਤੇ ਰਾਤੀ ਤੁਸੀਂ ਦੋਗੇ ਤੇ ਸਵੇਰ ਇਨਸ਼ਾਅੱਲਾ ਦੁੱਧ ਆਏਗਾ। ਜ਼ਬਰਦਸਤ। ਠੀਕ ਹੈ। ਯਾਨੀ ਅਗਰ ਖੂਨ ਵੀ ਆ ਰਿਹਾ ਹਾਂਜੀ ਤੇ ਫਿਰ ਵੀ ਇਹ ਜਿਹੜਾ ਨੁਸਖਾ ਤੁਸੀਂ ਦੱਸਿਆ ਹੈ, ਹਾਂਜੀ, ਇਹਦੇ ਨਾਲ ਦੁੱਧ ਆਣਾ ਸ਼ੁਰੂ ਹੋ ਜਾਏਗਾ, ਸਵੇਰ ਦੁੱਧ ਆਏਗਾ ਇਨਸ਼ਾਅੱਲਾ। ਸਾਨੂੰ ਇਹ ਇੱਕ ਬੰਦੇ ਨੇ ਪੁੱਛਿਆ ਵੀ ਸੀ ਕਿ ਜੀ ਥਣ ਵਿੱਚੋਂ ਇੰਜ ਦਬਾਨੇ ਆ ਧਾਰ ਦੀ ਤੇ ਉਹ ਵਿੱਚੋਂ ਖੂਨ ਨਿਕਲਦਾ, ਤੇ ਉਹ ਜਿਹੜਾ ਤੁਹਾਨੂੰ ਚੀਜ਼ਾਂ ਦੱਸੀਆਂ ਨੁਸਖਾ, ਇਹ ਅਗਰ ਲਾਈਏ ਤੇ ਕੰਮ ਠੀਕ ਹੋ ਜਾਏਗਾ। ਇਹਦੇ ਦੀ ਜ਼ਰਾ ਮਿਕਦਾਰ ਦੱਸ ਦਿਓ ਕਿ ਕਿੰਨੀਆਂ ਚੀਜ਼ਾਂ ਸ਼ਾਮਲ ਕਰਨੀਆਂ ਨੇ ਇਹਨਾਂ ਜਨਾਬ? ਪਾ ਦੇਸੀ ਘਿਓ, ਠੀਕ ਹੋ ਗਿਆ। ਠੀਕ ਹੈ। ਅੱਧ ਪਾ ਕਾਲੀ ਜ਼ੀਰੀ, ਠੀਕ ਹੈ। 1 ਕਿਲੋ ਦੁੱਧ ਲੈਣਾ। 3 ਚੀਜ਼ਾਂ ਸਿਰਫ? ਹਾਂਜੀ। ਕਾਲੀ ਜ਼ੀਰੀ ਨੂੰ ਜਿਹੜਾ ਉਹਨੂੰ ਤੁਸੀਂ ਕੁੱਟ ਲੈਣਾ, ਪੀਸ ਲੈਣਾ ਜਾਂ ਗ੍ਰਾਈਂਡਰ ਕਰ ਲੈਣਾ। ਠੀਕ ਹੈ। ਉਹਨੂੰ ਗਰਮ ਦੁੱਧ ਦੇ ਵਿੱਚ ਜਿਹੜਾ ਇੱਕ ਉਬਾਲਾ ਘਿਓ ਨੂੰ ਤੇ ਉਹਨੂੰ ਦਵਾ ਕੇ, ਅੱਛਾ, ਉਹਨੂੰ ਸ਼ਾਮ ਨੂੰ ਤੁਸੀਂ 2 ਜਾਂ 3 ਨਾਲਾ ਜਿੰਨਾ ਵੀ ਹੋਏ ਉਹ ਦੇ ਦੇਣਾ। ਠੀਕ ਹੋ ਗਿਆ। ਇਹ ਪੱਠੇ ਖਵਾ ਕੇ ਪਿਛਾਂ ਬਣਨ ਲੱਗੇ? ਪੱਠੇ ਖਵਾ ਕੇ ਪਿਛਾਂ ਬੰਨਣਾ। ਠੀਕ ਹੈ। ਤੇ ਇਨਸ਼ਾਅੱਲਾ ਇੱਕ ਦਿਨ 'ਚ ਫਾਕਾ ਹੋ ਜਾਏਗਾ ਇਨਸ਼ਾਅੱਲਾ। ਤੇ ਜਿਹੜਾ ਨਾੜ ਆਈ ਜਾਂਦੀ ਹੈ ਥਣ ਵਿੱਚ, ਉਹ ਪਹਿਲੇ ਅਗਰ ਉਹਨੂੰ ਫੜਨਾ ਹੋਏ ਕਿੱਦਾਂ? ਕਿਉਂਕਿ ਜਦੋਂ ਨਾੜ ਆਈ ਜਾਣੀ, ਥਣ ਨਹੀਂ ਖੁੱਲ ਸਕਦਾ, ਥਣ ਜ਼ਾਇਆ ਹੋ ਗਿਆ। ਹਾਂਜੀ। ਉਸ ਨੂੰ ਪਹਿਲੇ ਕਿਸ ਤਰ੍ਹਾਂ ਉਹਦੀ ਪਹਿਚਾਣ ਕਿਸ ਤਰ੍ਹਾਂ ਕਰੀਏ, ਔਰ ਉਹਨੂੰ ਪਹਿਲੇ ਕਿਸ ਤਰ੍ਹਾਂ ਉਹਦਾ ਇਲਾਜ ਕਰੀਏ? ਜਨਾਬ ਉਹ ਥਣ ਦਾ ਪਹਿਲਾਂ ਇਲਾਜ ਇਹ ਹੀ ਹੈ, ਤੁਹਾਨੂੰ ਇਹ ਜਿਹੜਾ ਮਿਰਚ ਦੱਸੀ ਹੈ, ਜਦੋਂ ਨਾੜ ਆਂਦੀ ਹੈ ਜੇ ਤੇ ਪਹਿਲਾਂ ਉਹਦਾ ਇਲਾਜ ਸ਼ੁਰੂ ਕਰ ਲਈਏ, ਇੱਕ ਸ਼ਰਬਤ ਹੈ ਫੈਬਰੋਫਿਟ। ਠੀਕ ਹੈ। ਥਣ ਵਾਸਤੇ ਸਪੈਸ਼ਲ ਉਹ। ਠੀਕ ਹੈ। ਉਹ ਬਹੁਤ ਅੱਛਾ ਹੈ ਸ਼ਰਬਤ। ਅਗਰ ਉਹਦਾ ਨਾਲ ਇਸਤੇਮਾਲ ਕਰ ਲਈਏ, ਨਾਲ ਇਹ ਦੇਸੀ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਇਸਤੇਮਾਲ ਕਰ ਲਈਏ, ਇਹ ਕਾਲੀ ਜ਼ੀਰੀ ਜਿਹੜੀ ਇਹਨੂੰ ਤਲ ਕੇ ਵੀ ਦੇ ਲਈਦਾ। ਠੀਕ ਹੈ। ਇਹ ਵੀ ਬਹੁਤ ਅੱਛੀ ਚੀਜ਼ ਹੈ। ਠੀਕ ਹੈ। ਇਹਨੂੰ ਇਸ ਤਰੀਕੇ ਦੇ ਲਓ ਤੇ ਮਜ਼ੀਦ ਬਿਹਤਰ ਰਹੇਗਾ। ਤੇ ਜੋ ਨਾੜ ਫੁੱਲ ਆਈ ਜਾਣੀ ਹੈ ਤੇ ਉਹਦਾ ਜਨਾਬ ਇਲਾਜ ਕੋਈ ਨਹੀਂ ਹੁੰਦਾ। ਠੀਕ ਹੈ। ਨਾੜ ਨੂੰ ਨਾੜ ਆਉਂਦਿਆਂ ਪਹਿਲੇ ਜਿਹੜਾ ਕੰਟਰੋਲ ਕਰ ਲਓ ਤੇ ਹੋ ਜਾਏ। ਯਾਨੀ ਕਿ ਫਾਰਮਰ ਭਰਾਵਾਂ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਨਾੜ ਆਉਣ ਤੋਂ ਪਹਿਲੇ ਅਗਰ ਤੁਸੀਂ ਫੜ ਲੋਗੇ ਥਣ ਬਚ ਜਾਏਗਾ। ਹਾਂਜੀ, ਕਿਉਂਕਿ ਥਣ ਜ਼ਾਇਆ ਹੋ ਗਿਆ ਤੇ ਫਿਰ ਡੰਗਰ ਜ਼ਾਇਆ ਹੋ ਗਿਆ। ਬਿਲਕੁਲ ਸਹੀ ਗੱਲ। ਅੱਛਾ, ਗਲ ਵੱਡੀ ਇੱਕ ਬਿਮਾਰੀ ਹੁੰਦੀ ਜਿਹੜਾ ਕਹਿੰਦੇ ਨੇ ਕਿ ਉਹ ਜੜ ਫਟ ਜਾਂਦੀ ਹੈ, ਉਹ ਥਣ ਦੇ ਬਿਲਕੁਲ ਉੱਤੇ ਜਾ ਕੇ, ਜਿੱਥੋਂ ਥਣ ਸ਼ੁਰੂ ਹੁੰਦਾ ਹੈ ਉੱਥੇ ਇੱਕ ਜ਼ਖਮ ਆ ਜਾਂਦਾ, ਤੇ ਉਹਦੇ ਤੇ ਕੀ ਉਹਦਾ ਇਲਾਜ ਕਰਨਾ ਚਾਹੀਦਾ? ਉਹਦਾ ਇਲਾਜ ਵੀ ਇਹੋ ਹੀ ਹੈ, ਗਲ ਵੱਡੀ ਜਿਹੜੀ ਉਹਦਾ ਵੀ ਇਲਾਜ ਜਿਹੜਾ ਆ ਤਕਰੀਬਨ ਸੇਮ ਹੀ ਹੈ। ਸਿਰਫ ਇਹ ਗਲ ਵੱਡੀ ਜਦੋਂ ਉਦੋਂ ਬਣਦੀ ਹੈ ਜਦੋਂ ਡੰਗਰ ਨੂੰ ਜ਼ਖਮ ਜਿਹੜਾ ਆ ਹੋਈਏ ਨਾ, ਤੇ ਜ਼ਖਮ ਨਹੀਂ ਛੁੱਟਦਾ। ਡੰਗਰ ਦੇ ਅੰਦਰ ਖੁਸ਼ਕੀ ਹੁੰਦੀ ਹੈ, ਖੁਸ਼ਕੀ ਦੀ ਵਜ੍ਹਾ ਤੋਂ ਥਣ ਤੇ ਜ਼ਖਮ ਬਣਦਾ, ਉਹ ਜ਼ਖਮ ਛੁੱਟਦਾ ਨਹੀਂ, ਅਸੀਂ ਉਹਦੀ ਹਿਫਾਜ਼ਤ ਕਰਦੇ ਨਹੀਂ। ਠੀਕ ਹੈ। ਤੇ ਉਹਦੀ ਵਜ੍ਹਾ ਤੋਂ ਜ਼ਖਮ ਫੈਲਦਾ ਤੇ ਉਹਨੂੰ ਗਲਵੱਡੀ ਬਣਾ ਲੈਂਦੇ ਅਸੀਂ। ਠੀਕ ਹੋ ਗਿਆ। ਠੀਕ ਹੈ। ਆਂਦੇ ਨੇ ਗਲਵੱਡੀ ਜਿਹੜੀ ਉਹ ਜੜ ਫੜ ਲੈਂਦੀ ਹੈ, ਫਿਰ ਜ਼ਖਮ ਜਾਨ ਨਹੀਂ ਛੁੱਟਦੀ ਇਹਦੇ ਕੋਲ। ਹਾਂਜੀ, ਉਹ ਸਾਰੀ ਬਾਤ ਹੈ। ਡੰਗਰ ਜਿਵੇਂ ਹੁਣ ਇਨਸਾਨ ਵਾਲਾ ਹਿਸਾਬ ਹੈ, ਡੰਗਰ ਦੇ ਅੰਦਰ ਸ਼ੂਗਰ ਹੋਏਗੀ ਤੇ ਉਹ ਜ਼ਖਮ ਡੰਗਰ ਦਾ ਨਹੀਂ ਛੁੱਟਦਾ। ਜਾਂ ਜ਼ਹਿਰ ਹੋਏਗਾ ਡੰਗਰ ਨੂੰ ਤੇ ਉਹ ਜ਼ਖਮ ਨਹੀਂ ਛੁੱਟੇਗਾ ਐਡੀ ਜਲਦੀ। ਸਹੀ ਹੋ ਗਿਆ। ਅੱਛਾ, ਦੱਸੋ ਕਿ ਜਿਹੜੀ ਬਿਲਕੁਲ ਧਾਰ ਬਰੀਕ ਹੋ ਜਾਂਦੀ ਹੈ ਜਾਂ ਉਹ ਗਿਲਟੀ ਜੀ ਉਹਦੇ ਬਣ ਜਾਂਦੀ ਹੈ ਥਣ ਦੇ ਬਿਲਕੁਲ ਮੂੰਹ ਤੇ, ਚੁੰਝ ਤੇ, ਉਹਦਾ ਫਿਰ ਕੀ ਕਰੀਏ ਇਲਾਜ? ਗਿਲਟੀ ਦਾ ਜਨਾਬ ਇਹੋ ਹੀ, ਉਹ ਛਿਛਰਿਆਂ ਦੀ ਵਜ੍ਹਾ ਤੋਂ ਗਿਲਟੀ ਬਣਦੀ ਹੈ। ਛਿਛਰੇ ਥਣ 'ਚ ਚੰਦਰੀ ਹੋਏ ਤੇ ਛਿਛਰੇ ਜਦੋਂ ਜਮਾ ਹੋ ਜਾਂਦੇ ਨੇ, ਅਸੀਂ ਉਹਨਾਂ ਨੂੰ ਕੋਈ ਚੀਜ਼ ਨਹੀਂ ਦਿੰਦੇ ਆ ਜਿਹੜਾ ਪਹਿਲੇ ਤੁਹਾਨੂੰ ਦੱਸਿਆ, ਘਿਓ ਤੇ ਕਾਲੀ ਜ਼ੀਰੀ। ਅੱਛਾ, ਇਹ ਦਈਏ ਤੇ ਛਿਛਰੇ ਜਮਾ ਨਹੀਂ ਹੋਣਗੇ ਤੇ ਗਿਲਟੀ ਨਹੀਂ ਬਣੇਗੀ। ਸਹੀ ਹੋ ਗਿਆ। ਤੇ ਖੁਰਾਕ ਤੇ ਵੀ ਡਿਪੈਂਡ ਕਰਦਾ ਹੈ, ਜਿਹੜਾ ਬਾਜ਼ ਲੋਕ ਦੇਸੀ ਤੇਲ ਨਹੀਂ ਦਿੰਦੇ ਤੇ ਥਣਾਂ ਦੇ ਮਸਾਇਲ ਵੱਧ ਜਾਂਦੇ ਨੇ, ਇਹ ਵੀ ਕੋਈ ਮਸਲਾ ਹੈ? ਜੀ, ਇਹ ਖੁਸ਼ਕੀ ਦਾ ਡੰਗਰ ਦੇ ਅੰਦਰ ਜਦੋਂ ਖੁਸ਼ਕੀ ਹੋਣੀ ਹੈ ਤੇ ਆਟੋਮੈਟਿਕ ਹੀ ਸਭ ਕੁਝ ਹੋਈ ਜਾਣਾ, ਬਿਮਾਰੀ ਪਾ ਜਾਣੀ। ਠੀਕ ਹੋ ਗਿਆ। ਵਾਈਬਾਦੀ ਅਗਰ ਹੋਈ ਹੈ ਤੇ ਫਿਰ ਵੀ ਇਹੀ ਕੰਮ ਕਰੀਏ ਜਾਂ ਕੋਈ ਹੋਰ ਇਲਾਜ? ਵਾਈਬਾਦੀ ਦਾ ਇਲਾਜ ਹੈ ਦਾਦੜ ਮਿਰਚ ਦਓ ਤੁਸੀਂ। ਦਾਦੜ ਮਿਰਚ ਦਈ ਜਾਓ ਤੇ ਡੰਗਰ ਬਿਲਕੁਲ ਠੀਕ ਹੈ, ਡੰਗਰ ਨੂੰ ਕੋਈ ਜ਼ਹਿਰ ਨਹੀਂ, ਕੋਈ ਨੁਕਸ ਨਹੀਂ ਹੁੰਦਾ। ਸਹੀ ਹੋ ਗਿਆ।
ਅੱਛਾ, ਇਹ ਦੱਸਿਓ ਕਿ ਅਕਸਰ ਲੋਕ ਸਾਨੂੰ ਪੁੱਛਦੇ ਨੇ ਕਿ ਜਦੋਂ ਕਿਸੇ ਜਾਨਵਰ ਨੂੰ 1 ਸਾਲ ਗੁਜ਼ਰ ਜਾਂਦਾ ਹੈ, ਉਹ ਜਾਨਵਰ ਜਿਹੜਾ ਉਹ ਬੋਲਦਾ ਨਹੀਂ, ਉਹਦੇ ਨਾ ਬੋਲਣ ਦੀ ਕੀ ਵਜ੍ਹਾ ਹੈ? ਜਾਨਵਰ ਜਨਾਬ ਸਾਰੇ ਬੋਲਦੇ ਨੇ, ਸਿਰਫ ਸਾਨੂੰ ਹੁਣ ਪਛਾਣ ਨਹੀਂ ਰਹੀ। ਅੱਗੇ ਜਾਨਵਰ ਸਨ ਅੜਿੰਗ ਕੇ ਬੋਲਦੇ ਸਨ ਜੀ। ਹੁਣ ਕੁਝ ਜਾਨਵਰ ਨੇ ਉਹ ਥਣੀ ਧਾਰਾ ਪਾਉਂਦੇ ਨੇ, ਪਸਮ ਜਾਂਦੇ ਨੇ ਤੇ ਉਹ ਬੋਲੇ ਹੁੰਦੇ ਨੇ ਤੇ ਸਾਨੂੰ ਪਤਾ ਨਹੀਂ ਚੱਲਦਾ। ਕੁਝ ਜਾਨਵਰ ਨੇ ਉਹ ਜਿਹੜੇ ਨੇ ਆ ਪਸੰਦੇ ਵੀ ਨਹੀਂ, ਇਸ ਤਰੀਕੇ ਜਦੋਂ ਬਹਿੰਦੇ ਨੇ ਤੇ ਉਹ ਪਾਣੀ ਜਿਹੜਾ ਆ ਪਾਣੀ ਮਾਰਦੇ ਨੇ। ਠੀਕ ਹੈ, ਨਾਲਾ ਜਿਹਾ ਬਰੀਕ ਪਾਣੀ ਟੈਪ ਹੁੰਦਾ ਉਹ ਮਾਰਦੇ ਨੇ, ਉਹ ਡੰਗਰ ਬੋਲਿਆ ਹੁੰਦਾ। ਉਹ ਇਸ ਵਜ੍ਹਾ ਤੋਂ ਕਰਕੇ ਆ ਕੇ ਸਾਨੂੰ ਲੋਕਾਂ ਨੂੰ ਨਹੀਂ ਪਤਾ ਲੱਗਦਾ, ਜਿਹੜੇ ਨਹੀਂ ਇਸ ਚੀਜ਼ ਨੂੰ ਸਮਝਦੇ ਉਹ ਫਿਰ ਆਂਦੇ ਨੇ ਕਿ ਸਾਡਾ ਡੰਗਰ ਜੀ ਬੋਲਦਾ ਹੀ ਨਹੀਂ ਪਿਆ। ਠੀਕ ਠੀਕ ਠੀਕ। ਯਾਨੀ ਕਿ ਐਜ਼ ਸੋਚਣਾ ਪੈਣਾ ਫਾਰਮਰ ਹਜ਼ਰਾਤ ਨੂੰ ਨੁਕਸਾਨ ਤੋਂ ਬਚਣ ਲਈ ਕਿ ਜਾਨਵਰ ਪੁਰਾਣੇ ਤਰੀਕੇ ਨਾਲ ਜਾਂ ਰਸਮੀ ਤਰੀਕੇ ਨਾਲ ਨਹੀਂ ਹੋਰ ਵੀ ਤਰੀਕੇ ਨਾਲ ਬੋਲ ਸਕਦਾ। ਹਾਂਜੀ ਬਿਲਕੁਲ, ਹੁਣ ਉਹਦਾ ਧਿਆਨ ਰੱਖਣਾ ਚਾਹੀਦਾ। ਹਾਂਜੀ, ਜ਼ਿਆਦਾ ਹੋਰ ਤਰੀਕੇ ਨਾਲ ਹੀ ਬੋਲਦੇ ਨੇ, ਬਹੁਤ ਘੱਟ ਮਈਆਂ ਜਿਹੜੀਆਂ ਨੇ ਉਹ ਡਿੰਗ ਕੇ ਹੁਣ ਬੋਲਦੀਆਂ ਨੇ, ਨਹੀਂ ਤੇ ਪਹਿਲੇ। ਇਹ ਕੀ ਕੋਈ ਖੁਰਾਕ ਦੀ ਕਮੀ ਪੇਸ਼ੀ ਉਹਦੀ ਵਜ੍ਹਾ ਨਾਲ? ਨਹੀਂ, ਕੁਦਰਤੀ ਅਮਲ ਹੈ, ਖੁਰਾਕ ਦੀ ਤੇ ਕੋਈ ਕਮੀ ਪੇਸ਼ੀ ਨਹੀਂ। ਅੱਛਾ ਠੀਕ ਹੈ। ਤੇ ਇਹ ਦੱਸਿਓ ਕਿ ਅਗਰ ਇੱਕ ਜਾਨਵਰ ਬੋਲ ਪੈਂਦਾ ਹੈ ਤੇ ਉਹਨੂੰ ਅਗਰ ਨਵਾਂ ਕਰਵਾ ਛੱਡਿਆ ਸੀ, ਟੀਕਾ ਬਿਹਤਰ ਰਹੇਗਾ ਜਾਂ ਫਿਰ ਮਲਾਬ ਬਿਹਤਰ ਰਹੇਗਾ? ਮਲਾਪ ਬਿਹਤਰ ਤੇ ਮਲਾਪ ਹੈ, ਲੇਕਿਨ ਅਸੀਂ ਹੁਣ ਕੁਝ ਲੋਕਾਂ ਦੀਆਂ ਸਾਡੀਆਂ ਮਜਬੂਰੀਆਂ ਨੇ, ਅਸੀਂ ਉਹ ਮਲਾਪ ਦੀ ਨਹੀਂ ਕਰ ਸਕਦੇ ਤੇ ਡਾਕਟਰ ਨੂੰ ਸੱਦ ਕੇ ਟੀਕਾ ਲਵਾ ਲੈਂਦੇ ਹਾਂ। ਬਿਹਤਰ ਤੇ ਮਲਾਪ ਜਿਹੜੇ ਡੰਗਰ ਖਰਾਬ ਹੋ ਜਾਂਦੇ ਨੇ, ਨਹੀਂ ਨਿਕਲਦੇ, ਉਹ ਸਿਰਫ ਇਹ ਹੀ ਵਜ੍ਹਾ ਹੁੰਦੀ ਹੈ ਟੀਕੇ ਦੀ ਜਿਹੜੀ ਡੇਟ ਓਵਰ ਹੋਈ ਹੁੰਦੀ ਹੈ। ਡਾਕਟਰਾਂ ਨੂੰ ਕੋਈ ਨਹੀਂ, ਉਹਨਾਂ ਰੁਪਈਆ 500 ਲੈਣਾ, ਉਹ ਲਾ ਕੇ ਤੁਰ ਜਾਂਦੇ। ਲੇਕਿਨ ਕੋਈ ਨਹੀਂ, ਅੱਛਾ ਡਾਕਟਰ ਹੋਏ, ਅੱਛਾ ਟੀਕਾ ਇਸਤੇਮਾਲ ਹੋਏ ਤੇ ਉਹਦਾ ਵੀ ਨੁਕਸਾਨ ਕੋਈ ਨਹੀਂ ਉਹਦਾ ਵੀ ਵੈਸੇ। ਅੱਛਾ, ਇਹ ਦੱਸਿਓ ਕਿ ਬਰੀਡਰ ਜਿਹੜਾ ਵੀ ਉਹ ਕਿਸੇ ਵੀ ਫਾਰਮ ਦੀ ਜਾਨ ਹੁੰਦੀ ਹੈ ਤੇ ਕਿੰਨੀਆਂ ਕੁ ਮੱਝਾਂ ਹੋਣ ਕਿ ਕਮ ਸੇ ਕਮ ਉਹਦੇ ਵਿੱਚ ਬਰੀਡਰ ਹੋਣਾ ਚਾਹੀਦਾ ਤਾਂ ਕਿ ਕੋਈ ਵੀ ਜਾਨਵਰ ਖਾਲੀ ਨਾ ਜਾਏ। ਅਗਰ ਇੱਕ ਜਾਨਵਰ ਨਹੀਂ ਬਣਦਾ ਉਹ ਨੁਕਸਾਨ ਹੈ, ਤਾਂ ਬਰੀਡਰ ਜਿਹੜਾ ਵੀ ਉਹ ਜ਼ਾਹਰ ਉਹਨੂੰ ਪਤਾ ਚੱਲ ਜਾਂਦਾ, ਉਹ ਕੁਦਰਤੀ ਅਮਲ ਹੈ, ਉਹ ਸਿੰਘ ਦਾ ਸੁੰਘਦਾ ਰਹਿੰਦਾ ਤੇ ਉਹ ਕੰਮ ਠੀਕ ਰਹਿੰਦਾ ਹੈ। ਜਨਾਬ 10 ਮਈਆਂ ਹੋਣ ਜਾਂ 5 ਹੋਣ, ਉਹਦਾ ਜ਼ਰੂਰੀ ਹੈ ਵਿੱਚ। ਠੀਕ ਹੈ, ਉਹ ਜ਼ਰੂਰੀ ਹੋਏਗਾ। ਤੁਸੀਂ ਜਿਹੜਾ ਨੁਕਸਾਨ ਤੋਂ ਆਇਆ ਸੀ ਫੰਡਰ ਡੰਗਰ ਕਰਕੇ 70-80 ਹਜ਼ਾਰ ਦਾ, 3 ਲੱਖ ਦਾ ਲੈ ਕੇ 60-70 ਹਜ਼ਾਰ ਦਾ ਸੇਲ ਕਰ ਛੱਡਨੇ ਆ, ਉਹਦੀ ਵਜ੍ਹਾ ਹੀ ਇਹ ਵੇ। ਉਹ ਵਿੱਚ ਹੋਏਗਾ ਤੇ ਉਹ ਆਟੋਮੈਟਿਕਲੀ ਸਾਨੂੰ ਵੀ ਵੇਖਣ ਦੀ ਜ਼ਰੂਰਤ ਨਹੀਂ ਹੈ। ਉਹਨੂੰ ਕੁਛ ਟਾਈਮ ਦਿਓ ਤੁਸੀਂ, ਉਹ ਖੁੱਲਾ ਰਹੇ, ਆਪ ਹੀ ਉਹਨੂੰ ਪਤਾ ਲੱਗ ਜਾਂਦਾ, ਉਹ ਡੰਗਰ ਬਣ ਜਾਂਦੇ। ਯਾਨੀ ਕਿ ਸਾਡੇ ਫਾਰਮਰ ਹਜ਼ਰਾਤ ਜਿਹੜੇ ਨੇ ਉਹ ਕਿਸੇ ਵੀ ਸੰਡੇ ਦੇ ਪੈਸੇ ਬਚਾਉਂਦੇ ਨੇ ਪੱਠਿਆਂ ਦੇ, ਹਾਂਜੀ, ਤੇ ਉਹਦੇ ਬਦਲੇ ਬਹੁਤ ਜ਼ਿਆਦਾ ਨੁਕਸਾਨ ਕਰਾ ਪੈਂਦੇ, ਨੁਕਸਾਨ ਕਰ ਦਿੰਦੇ। ਠੀਕ ਹੋ ਗਿਆ। ਅੱਛਾ, ਬਾਅਦ ਕਿਉਂਕਿ ਖੁਰਾਕਾਂ ਨੇ, ਕੁਝ ਲੋਕ ਸਾਇਲਜ ਪਾਉਂਦੇ ਨੇ, ਕੁਝ ਹੋਰ ਵੀ ਕੋਈ ਵੰਡੇ ਇਸ ਤਰ੍ਹਾਂ ਦੇ ਆਏ ਨੇ, ਕੋਈ ਜਿਹੜੀ ਫੀਡ ਹੈ ਇਸ ਤਰ੍ਹਾਂ ਦੀ ਆਈ ਹੈ ਕਿ ਜਾਨਵਰ ਬਹੁਤ ਜ਼ਿਆਦਾ ਹੀਟ ਮਹਿਸੂਸ ਕਰਦੇ ਨੇ। ਇੱਕ ਜਾਨਵਰ ਬਣ ਜਾਂਦਾ ਹੈ, ਨਵਾਂ ਹੋ ਜਾਂਦਾ ਹੈ, ਲੇਕਿਨ ਉਹ ਖਲੋਂਦਾ ਨਹੀਂ, ਉਹਦਾ ਫਿਰ ਕੀ ਇਲਾਜ ਕਰੀਏ? ਉਹਦਾ ਜਨਾਬ ਅਸਲ ਆ ਜਿਹੜਾ ਨਵਾਂ ਵੰਡੇ ਆਏ ਨੇ, ਆ ਗੋਲੀ ਵੰਡੇ, ਬਹੁਤ ਜ਼ਿਆਦਾ ਗਰਮ ਨੇ, ਬਹੁਤ ਜ਼ਿਆਦਾ ਇਹਨਾਂ ਦੀ ਹੀਟ ਹੈ। ਠੀਕ ਹੈ, ਇਹਦੀ ਵਜ੍ਹਾ ਤੋਂ ਕੁਝ ਜਾਨਵਰ ਜਿਹੜੇ ਨੇ ਖਰਾਬ ਹੁੰਦੇ ਨੇ। ਇਹਦਾ ਜਿਹਨੇ ਗੋਲੀ ਵੰਡੇ ਹਜ਼ਰਾਤ ਪਾਉਂਦੇ ਨੇ, ਉਹ ਬਿਹਤਰ ਇਹ ਵੇ ਕਿ ਉਹ ਨਾਲ ਤੇਲ ਦੇਣ। ਠੀਕ ਹੈ, ਤੇਲ 2 ਰਲਾ ਕੇ ਤਾਰੇ ਮੀਰੇ ਦਾ ਤੇ ਇਹਦਾ ਸਰੋਂ ਦਾ, ਸਰਸੋਂ ਦਾ ਤੇਲ, 2 ਤੇਲ ਰਲਾ ਕੇ ਦੇਣ, ਡੰਗਰ ਅੰਦਰੋਂ ਠੰਡਾ ਰਹੇ, ਉਹ ਵੀ ਨਿਕਲੇਗਾ ਇਨਸ਼ਾਅੱਲਾ। ਸਾਨੂੰ ਇਹ ਦੱਸਿਓ ਕਿ ਅੱਜ ਕੱਲ੍ਹ ਸਰਦੀ ਹੈ ਔਰ ਸਰਦੀ ਵੀ ਰਿਕਾਰਡ ਸਰਦੀ ਪੈ ਰਹੀ ਹੈ, ਜਾਨਵਰਾਂ ਨੂੰ ਕਿਹੜੀ ਚੀਜ਼ ਦਈਏ ਜਾਂ ਕੀ ਇਖਤਿਆਤ ਕਰੀਏ ਕਿ ਜਾਨਵਰਾਂ ਨੂੰ ਅਸੀਂ ਸਰਦੀ ਤੋਂ ਬਚਾਈਏ? ਸਰਦੀ ਤੋਂ ਜਨਾਬ ਫਿਲਹਾਲ ਤੇ ਅਸੀਂ ਵੀ ਗਰਮ ਹੀ ਵੰਡਾ ਇਸਤੇਮਾਲ ਕਰਨੇ ਆ, ਫਿਰ ਸਰਦੀ ਤੋਂ ਬਚਣ ਵਾਸਤੇ। ਠੀਕ ਹੈ, ਵੈਸੇ ਅਸੀਂ ਨਹੀਂ ਵੰਡਾ ਇਹ ਇਸਤੇਮਾਲ ਕਰਦੇ, ਦੂਸਰਾ ਹੀ ਵੰਡਾ ਇਸਤੇਮਾਲ ਕਰਨੇ ਆ, ਦੇਸੀ ਹੋਈ। ਅੱਛਾ ਠੀਕ ਹੈ, ਤੇ ਫਿਲਹਾਲ ਜਿਹੜਾ ਅਸੀਂ ਵੀ ਇਹ ਗਰਮ ਇਸਤੇਮਾਲ ਕਰਨੇ ਆ, ਸਿਰਫ ਸਰਦੀ ਬਹੁਤ ਜ਼ਿਆਦਾ ਪੈਣ ਡਈ ਹੈ। ਠੀਕ ਹੈ, ਇਸ ਲਈ ਦੁੱਧ ਜਿਹੜਾ ਵੇ ਉਹ ਵੇ ਨੀਰ ਖੁਦਾ ਦਾ। ਹਾਂਜੀ, ਤੇ ਸਿਆਣੇ ਕਹਿੰਦੇ ਨੇ ਦੁੱਧ ਤੇ ਪੁੱਤਰ ਜਿਹੜੇ ਨੇ ਮੁਕੱਦਰਾਂ ਨਾਲ ਲੱਭਦੇ ਨੇ। ਇੰਨੀ ਗੱਲ, ਲੇਕਿਨ ਕੁਛ ਇਨਸਾਨ ਦੀ ਕੋਸ਼ਿਸ਼ ਵੀ ਹੁੰਦੀ ਹੈ। ਕਿਹੜੀਆਂ ਚੀਜ਼ਾਂ ਔਰ ਕਿਹੜੇ ਪੱਠੇ ਜਿਹੜੇ ਨੇ ਉਹ ਤੁਹਾਡੀ ਨਜ਼ਰ 'ਚ ਬਿਹਤਰ ਨੇ, ਜਾਂ ਕੋਈ ਨੁਸਖਾ ਦੱਸੋ ਜਿਹਦੇ ਨਾਲ ਜਿਹੜੇ ਫਾਰਮਰ ਹਜ਼ਰਾਤ ਨੇ, ਸਾਡੇ ਡੰਗਰ ਪਾਲਣ ਵਾਲੇ ਲੋਕ ਨੇ, ਉਹ ਜਾਨਵਰਾਂ ਦੇ ਦੁੱਧ ਨੂੰ ਵਧਾਉਣ ਔਰ ਉਹਨਾਂ ਦੀ ਇਨਕਮ ਵੱਧ ਜੇ, ਉਹਨਾਂ ਨੂੰ ਫਾਇਦਾ ਮਿਲੇ। ਕੋਈ ਐਸਾ ਦੀ ਚੀਜ਼ ਸਾਨੂੰ ਦੱਸੋ ਕਿ ਉਹ ਜਾਨਵਰਾਂ ਦਾ ਦੁੱਧ ਵਧਾਇਆ ਜਾ ਸਕੇ। ਜਨਾਬ ਦੁੱਧ ਵਧਾਉਣ ਵਾਸਤੇ ਤੇ ਦੇਸੀ ਹੋਈ ਪੱਠਾ ਚੱਲਦਾ ਜ਼ਿਆਦਾ, ਉਹ ਡੰਗਰ ਵਾਸਤੇ ਵੀ ਬਿਹਤਰ ਹੈ ਤੇ ਅੱਗੋਂ ਡੰਗਰ ਨੁਕਸਾਨ ਨਹੀਂ ਹੁੰਦਾ। ਹੁਣ ਦੁੱਧ ਵਧਾਉਣ ਵਾਸਤੇ ਤੇ ਉਹਨੂੰ ਮੰਡੇ ਉਹਨਾਂ ਬੜੇ ਕੱਢੇ ਨੇ, ਤੇ ਸੈਲੇਜ ਕੱਢਿਆ, ਤੇ ਇਹ ਕੱਢਿਆ, ਉਹ ਕੱਢਿਆ, ਲੇਕਿਨ ਬਿਹਤਰ ਡੰਗਰ ਵਾਸਤੇ ਪੱਠੇ ਹੀ ਨੇ ਅਸਲ। ਠੀਕ ਹੈ, ਤੇ ਉਹਦੇ ਨਾਲ ਤੁਸੀਂ ਦੇਸੀ ਵੰਡਾ ਇਸਤੇਮਾਲ ਕਰੋ, ਕਣਕ ਕਰੋ, ਸਰਸੋਂ ਕਰੋ, ਠੀਕ ਹੈ, ਅਲਸੀ ਕਰੋ, ਹਾਲਿਓ ਕਰੋ। ਅਗਰ ਗਰਮ ਡੰਗਰ ਨੂੰ ਇਹਨਾਂ ਦਿਨਾਂ 'ਚ ਗਰਮ ਕਰਨਾ ਹੈ ਤੇ ਇਹ ਨਾਲ ਦਿਓ, ਇਹ ਤੁਸੀਂ ਉਬਾਲ ਕੇ ਤੇ ਇਹ ਡੰਗਰ ਨੂੰ ਦੇ ਸਕਦੇ ਹੋ।
ਠੀਕ ਹੋ ਗਿਆ। ਜਿਹੜੀ ਗਲਗੋਟੂ ਹੈ ਜਾਂ ਮੂੰਹ ਖੁਰ ਹੁੰਦਾ ਇਹਨਾਂ ਦਾ, ਉਹਦੀ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਜਾਂ ਕੋਈ ਤੁਸੀਂ ਦੇਸੀ ਵੀ ਨੁਸਖੇ ਲਾਉਂਦੇ ਹੋ? ਇਹ ਉਹਦੀ ਜ਼ਿਆਦਾਤਰ ਤਾਂ ਵੈਕਸੀਨ ਹੀ ਹੁੰਦੀ ਹੈ, ਬਾਕੀ ਕੋਸ਼ਿਸ਼ ਤੇ ਆਪਣੀ ਵੀ ਕਰੀਦੀ ਹੈ, ਲੇਕਿਨ ਜ਼ਿਆਦਾਤਰ ਵੈਕਸੀਨ ਹੀ ਕਰਦੇ ਨੇ ਇਸਤੇਮਾਲ। ਠੀਕ ਹੋ ਗਿਆ। ਆਖਰ ਤੇ ਸਾਨੂੰ ਇਹ ਦੱਸਿਓ ਕਿ ਅਗਰ ਕਿਸੇ ਜਾਨਵਰ ਨੂੰ ਇੱਕ ਪੌਣ ਹੁੰਦਾ ਹੈ, ਪੌਣ ਮਾਰਨਾ, ਯਾਨੀ ਬਾਜ਼ ਕਾਤ ਜਾਨਵਰ ਜਿਹੜਾ ਜਿਸ ਤਰ੍ਹਾਂ ਅਸੀਂ ਕਿਸੇ ਔਰਤ ਨੂੰ ਕਹਿੰਦੇ ਲਿਕੋਰੀਆ ਹੋ ਗਿਆ, ਤੇ ਉਹ ਪੌਣ ਮਾਰਨ ਨਾਲ ਉਹਦਾ ਸੂਆ ਵੀ ਖਰਾਬ ਹੁੰਦਾ ਹੈ, ਜਾਨਵਰ ਵੀ ਕਮਜ਼ੋਰ ਹੁੰਦਾ ਹੈ, ਤੇ ਉਹਦੀ ਪੁਸ਼ ਵਿੱਚੋਂ ਕੋਈ ਲਿਕਵਿਡ ਜਾਂ ਇਸ ਤਰ੍ਹਾਂ ਦਾ ਕੋਈ ਚੀਜ਼ਾਂ ਆਉਂਦੀਆਂ ਨੇ, ਉਹਨੂੰ ਪੌਣ ਮਾਰਨਾ ਕਹਿੰਦੇ ਨੇ। ਉਹਦਾ ਕੋਈ ਇਲਾਜ ਦੱਸੋ ਕਿ ਉਹ ਕਿਸ ਤਰ੍ਹਾਂ ਰੋਕਿਆ ਜਾਏ? ਉਹਦਾ ਰੋਕਣ ਦਾ ਤਰੀਕਾ ਹੈ ਵੇ, ਲਾਲ ਫਟਕਰੀ ਮਿਲਦੀ ਹੈ ਪੰਸਾਰੀ ਦੀ ਦੁਕਾਨ ਤੋਂ ਜੀ। ਉਹ ਲਾਲ ਫਟਕਰੀ ਲੈ ਕੇ ਜਦੋਂ ਤੁਸੀਂ ਜਾਨਵਰ ਨੂੰ ਬਣਵਾਉਣਾ ਹੈ, ਉਹਦੇ ਬਣਵਾਉਣ ਤੋਂ ਪਹਿਲਾਂ ਅੱਧਾ ਘੰਟਾ ਜਾਂ ਘੰਟਾ ਉਹ ਲਾਲ ਫਟਕਰੀ ਜਿਹੜੀ ਹੈ ਨਾ ਪਾਣੀ ਚ ਘੋਲ ਕੇ ਇੱਕ ਪਾ ਉਹ ਡੰਗਰ ਨੂੰ 2-3 ਦਫਾ ਦੇਣੀ। ਠੀਕ ਹੋ ਗਿਆ। ਤੇ ਇਨਸ਼ਾਅੱਲਾ ਡੰਗਰ ਖਲੋਏਗਾ। ਤੇ ਸੋਕੜੇ ਦਾ ਕੀ ਇਲਾਜ ਕਰੀਏ ਜਾਂ ਮਿੱਠਾ ਜ਼ਹਿਰਬਾਦ ਜਿਹੜਾ ਹੁੰਦਾ? ਇਹਦਾ ਅਸੀਂ ਤੇ ਦਾਦਨ ਮਿਰਚੀ ਦਿੰਦੇ, ਜੇ ਦਾਦਨ ਮਿਰਚ ਨਹੀਂ ਇਨਸ਼ਾਅੱਲਾ ਠੀਕ ਹੋ ਜਾਂਦਾ ਡੰਗਰ। ਜਾਂ ਅਸੀਂ ਇਹ ਹੁਣ 1-2 ਡੰਗਰ ਹੈ ਸਾਡੇ ਕੋਲ, ਇਹ ਜਦੋਂ ਪਿਆਜ਼ ਦੇ ਗੰਢੇ ਆਉਣੇ ਨੇ ਥੱਲੇ ਗੰਢਾ ਬਣ ਜਾਣਾ, ਅਸੀਂ ਉਹ ਪੂਰਾ ਭੂਖ ਸਣੇ ਗੰਢਾ ਜਿਹੜਾ ਉਹ ਡੰਗਰ ਨੂੰ ਦੇਈ ਜਾਂਦੇ ਆ, ਉਹ ਠੀਕ ਹੋ ਜਾਂਦਾ। ਸੁਕੜੇ ਦੀ ਬਿਮਾਰੀ ਵੀ, ਜ਼ਹਿਰ ਵੀ ਠੀਕ ਹੋ ਜਾਂਦਾ। ਸਿਰਫ ਪੁਰਾਣਿਆਂ ਬੰਦਿਆਂ ਨੂੰ ਪਤਾ ਲੱਗਦਾ ਹੈ ਕਿ ਮੱਝ ਨੂੰ ਰੁੱਤ ਮੂਤਰਾ ਹੋ ਗਿਆ, ਤੇ ਰੁੱਤ ਮੂਤਰਾ ਬਿਮਾਰੀ ਹੁੰਦੀ ਹੈ ਕਿ ਜੇ ਪਿਸ਼ਾਬ ਦੇ ਨਾਲ ਹੀ ਖੂਨ ਆਉਂਦਾ ਹੈ, ਉਹਦੀ ਕੁਛ ਜਿਹੜੇ ਡਾਕਟਰ ਨੇ ਜਾਂ ਪੁਰਾਣੇ ਫਾਰਮਰ ਨੇ ਉਹੀ ਵੇਖ ਕੇ ਦੱਸ ਸਕਦੇ ਨੇ ਕਿ ਇਹਨੂੰ ਰੁੱਤ ਮੂਤਰਾ ਹੈ। ਤੇ ਜਿਹੜੇ ਇੱਕ ਨਵੇਂ ਬੰਦੇ ਨੇ ਉਹਦੀ ਕੋਈ ਹੋਰ ਪਛਾਣ ਦੱਸ ਸਕਦੇ ਹੋ ਜਾਂ ਕੋਈ ਉਹਦਾ ਕੋਈ ਇਲਾਜ ਹੈ ਵੇ? ਉਹਦਾ ਇਲਾਜ ਤੇ ਇਹ ਹੀ ਹੈ ਜਨਾਬ, ਉਹ ਡੰਗਰ ਨੂੰ ਅਸਲ ਹੁੰਦਾ ਹੈ ਇਸ ਵਜ੍ਹਾ ਤੋਂ ਕਿ ਜਦੋਂ ਅਸੀਂ ਉਹਨੂੰ ਗਰਮ ਕਰਨੇ ਆ ਨਾ, ਬਹੁਤ ਜ਼ਿਆਦਾ ਡੰਗਰ ਦੇ ਅੰਦਰ ਹੀਟ ਦੇ ਦਿੰਦੇ ਆ ਕਿ ਉਹਦੇ ਕੋ ਕੰਟਰੋਲ ਨਹੀਂ ਹੁੰਦੀ। ਠੀਕ ਹੈ। ਉਹ ਗਰਮ ਵੰਡਾ ਜਾਂ ਗਰਮ ਕੋਈ ਵੀ ਦਵਾਈ ਅਸੀਂ ਇਸਤੇਮਾਲ ਕਰ ਦਿੰਦੇ ਆ, ਉਸ ਵਜ੍ਹਾ ਤੋਂ ਹੁੰਦਾ ਹੈ। ਤੇ ਉਸੇ ਟਾਈਮ ਉਹਨੂੰ ਠੰਡੀਆਂ ਚੀਜ਼ਾਂ ਇਸਤੇਮਾਲ ਕਰੋ ਤੇ ਉਹ ਠੀਕ ਹੋ ਜਾਏਗਾ ਜਾਨਵਰ। ਬਾਈ ਮੁਹੰਮਦ ਆਸਫ ਸਾਹਿਬ, ਤੁਹਾਡੀਆਂ ਗੱਲਾਂ ਬਹੁਤ ਜ਼ਿਆਦਾ ਮੁਫੀਦ ਨੇ। ਉਮੀਦ ਹੈ ਕਿ ਇਹ ਸਦਕਾ ਜਾਰੀਆ ਬਣਨਗੀਆਂ ਔਰ ਲੋਕ ਇਹ ਤੋਂ ਫਾਇਦਾ ਲੈਣਗੇ, ਆਪਣੇ ਡੰਗਰ ਬਚਾਉਣਗੇ। ਆਖਰ ਤੇ ਆਪਣਾ ਨੰਬਰ ਦੇ ਦਿਓ ਤਾਂ ਕਿ ਅਗਰ ਕੋਈ ਭਰਾ ਮਜ਼ੀਦ ਪੁੱਛਣਾ ਚਾਹੇ ਔਰ ਤੁਹਾਨੂੰ ਫੋਨ ਕਰਕੇ ਤਾਂ ਕੋਈ ਪੁੱਛ ਸਕੇ ਇਲਾਜ ਵਗੈਰਾ। ਮੇਰਾ ਨੰਬਰ ਹੈ 0300 ਪੂਰਾ ਜੀ 310 4573। ਬਹੁਤ ਸ਼ੁਕਰੀਆ ਜੀ, ਜਜ਼ਾਕੱਲਾ, ਅਸਲਾਮ ਵਾਲੇਕੁਮ।